ਸਾਡੇ ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਜੀ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਵੀ ਪਿਆਰਿਓ ਮਾਤਾ ਗੁਜਰੀ ਦੀ ਗੁਰੂਦੇਵ ਸਾਹਿਬਜ਼ਾਦੇ ਸਨ। ਉੱਚ ਸੋਚ ਦੇ ਮਾਲਕ ਪਹਿਲਾਂ ਹੀ ਸਨ, ਪਰ ਮਾਤਾ ਗੁਜਰੀ ਜੀ ਦੀ ਸੰਗਤ ਵਿੱਚ ਰਹਿ ਕੇ, ਮਾਤਾ ਜੀ ਦੀ ਸਿੱਖਿਆ ਲੈ ਕੇ ਸਾਡੇ ਸਤਿਗੁਰੂ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਨੇ ਐਸੀ ਸਿੱਖਿਆ ਗ੍ਰਹਿਣ ਕੀਤੀ, ਪਿਆਰੇ ਨਿਉਆਂ 'ਚ ਖੜੇ ਵੀ ਵਜੀਦੇ ਖਾਨ ਨੂੰ ਲਲਕਾਰ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵਜੀਦੇ ਖਾਨ ਨੇ ਕਿਹਾ ਨਾ, ਬੱਚਿਓ ਤੁਹਾਨੂੰ ਬਹੁਤ ਧਨ ਪਦਾਰਥ ਸੁੱਖ ਮਿਲੇਗਾ, ਆਪਦਾ ਦੀਨ ਛੱਡ ਦੇਵੋ। ਤੇ ਸਤਿਗੁਰੂ ਦੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਗੱਜ ਕੇ ਬੋਲੇ, ਉਹ ਸੂਬਿਆ ਜਿਸ ਧਨ ਦੌਲਤ ਪਦਾਰਥਾਂ ਦਾ ਸਾਨੂੰ ਲੋਭ ਲਾਲਚ ਦੇ ਰਿਹਾ ਨਾ, ਇਹ ਤਾਂ ਅਸੀਂ ਆਨੰਦਪੁਰ ਸਾਹਿਬ ਬਹੁਤ ਜ਼ਿਆਦਾ ਛੱਡ ਕੇ ਆਏ ਆ, ਤਿਆਗ ਕੇ ਆਏ ਆ। ਤੇਰੇ ਧਨ ਦੌਲਤ ਤੇ ਡੋਲਦੇ ਨਹੀਂ, ਘਰ ਸੀ ਬਥੇਰੀ। ਜੇ ਅਸੀਂ ਤੇਰੇ ਧਨ ਤੇ ਡੋਲਣਾ, ਸਾਡੇ ਘਰ ਵਿੱਚ ਇੰਨੀ ਪਈ ਸੀ ਸਾਨੂੰ ਪਤਾ ਹੀ ਨਹੀਂ। ਤੇਰੇ ਧਨ ਦੌਲਤ ਤੋਂ ਸਾਨੂੰ ਕੀ ਚਾਹੀਦਾ? ਕੁਝ ਨਹੀਂ ਚਾਹੀਦਾ। ਕਿੱਡੀ ਸੋਚ ਦੇ ਮਾਲਕ। ਅਗਲੇ ਦਿਨ ਪੇਸ਼ ਕੀਤੇ ਗਏ ਪਿਆਰਿਓ, ਛੋਟੀ ਵਿੰਡੋ ਬਾਰੀ ਖੋਲੀ ਗਈ ਤਾਂ ਕਿ ਜਦੋਂ ਸਾਹਿਬਜ਼ਾਦੇ ਸੀਸ ਝੁਕਾਉਣਗੇ, ਆਪਾਂ ਜਾਣਦੇ ਹਾਂ ਇਤਿਹਾਸ ਨੂੰ, ਕਿ ਸੀਸ ਝੁਕਾਉਣਗੇ ਤੇ ਅਸੀਂ ਕਹਿ ਦਿਆਂਗੇ ਵੀ ਸੂਬੇ ਸਰਹੰਦ ਅੱਗੇ ਇਹਨਾਂ ਨੇ ਆਪਣਾ ਧਰਮ ਕਬੂਲ ਕਰ ਲਿਆ। ਪਰ ਮਾਂ ਪਿਤਾ ਦੀ ਸਿੱਖਿਆ ਐਸੀ, ਇੰਨੀ ਉੱਚੀ ਸੁੱਚੀ ਦੇ ਮਾਲਕ ਸੋਚ ਦੇ ਪਿਆਰਿਓ, ਜਦੋਂ ਜਾ ਗਏ ਦੇਖਿਆ ਕਿ ਅੱਜ ਛੋਟੀ ਬਾਰੀ ਵਿੱਚ ਦੀ ਲੰਘਣਾ ਹੈ, ਤੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੇ ਫਿਰ ਪਿਆਰਿਓ ਸਿਰ ਨਹੀਂ ਝੁਕਾਇਆ, ਪਹਿਲਾਂ ਆਪਣਾ ਸੱਜਾ ਪੈਰ ਜੁੱਤੀ ਕੱਢ ਕੇ ਦਿਖਾਈ ਸੂਬੇ ਸਰਹੰਦ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੁੱਤੀ ਕੱਢ ਕੇ ਦਿਖਾਈ ਕਿ ਉਹ ਸੂਬਿਆ ਜਿੰਨਾ ਪਦਾਰਥਾਂ ਧਨਾਂ ਦਾ ਸਾਨੂੰ ਤੂੰ ਲੋਭ ਲਾਲਚ ਦਿੰਨਾ, ਅਸੀਂ ਪੈਰ ਨਾਲ ਇਹਨੂੰ ਠੋਕਰ ਮਾਰਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਠੋਕਰ ਮਾਰਦੇ ਹਾਂ, ਸਾਨੂੰ ਇਹ ਪਦਾਰਥ ਨਹੀਂ ਚਾਹੀਦੇ। ਇਹ ਸਿੱਖਿਆ ਸੀ ਮਾਤਾ ਪਿਤਾ ਦੀ। ਗੁਰੂ ਦੇ ਸਾਹਿਬਜ਼ਾਦੇ ਸਨ ਪਿਆਰੇ, ਹਰ ਟਾਈਮ ਮਾਤਾ ਪਿਤਾ ਦੀ ਸਿੱਖਿਆ ਸੁਣਨਾ। ਝੋਲੀ ਅੱਡ ਕੇ ਮਾਂ-ਬਾਪ ਮਾਤਾ ਗੁਜਰੀ ਦੇ ਅੱਗੇ ਬੈਠੇ ਰਹਿੰਦੇ ਸਨ, ਖੇਡਦੇ ਵੀ ਤਾਂ ਵੀ ਉਹਦੇ ਵਿੱਚ ਸਿੱਖਿਆ ਸੀ, ਕੋਈ ਖੇਡਾਂ ਵੀ ਖੇਡਣੀਆਂ ਤਾਂ ਵੀ ਸਿੱਖਿਆ ਲੈਣੀ। ਇਹ ਹੈ ਪਿਆਰਿਓ ਸਾਡੇ ਗੁਰੂ ਦੀ ਮੱਤ। ਤੇ ਇੱਧਰ ਜਦੋਂ ਧਰੂ ਨੂੰ ਇਹ ਗੱਲ ਕਹੀ ਤੇ ਮਾਂ ਕਹਿਣ ਲੱਗੀ, ਫਿਰ ਪਰਮੇਸ਼ਰ ਆਰਾਧਿਆ ਜਿੱਦੂ ਹੋਈ ਹੈ ਪਤਿਤ ਪਨੀਤਾ। ਭਾਈ ਗੁਰਦਾਸ ਜੀ ਬਾਣੀ ਅੰਦਰ ਕਹਿੰਦੇ, ਫਿਰ ਉਹ ਕਹਿੰਦੇ ਇੰਨਾ ਮਨ ਬੈਰਾਗੀ ਹੋ ਗਿਆ। ਬੈਰਾਗੀ ਦਾ ਅਰਥ ਕੀ ਹੈ? ਕਿਉਂਕਿ ਜਿੰਨਾ ਚਿਰ ਮਨ ਵਿੱਚ ਬੈਰਾਗ ਮੈਨੇ ਪ੍ਰੇਮ ਨਹੀਂ ਨਾ ਪੈਦਾ ਹੁੰਦਾ, ਉਨਾ ਚਿਰ ਅਸੀਂ ਕੋਈ ਕੰਮ ਨਹੀਂ ਕਰ ਸਕਦੇ, ਖਾਸ ਕਰਕੇ ਪ੍ਰਮਾਤਮਾ ਵਾਲੇ ਪਾਸੇ। ਸਾਡਾ ਮਨ ਬੈਰਾਗੀ ਹੋਊਗਾ ਨਾ, ਉਦੋਂ ਸਾਡੇ ਮਨ ਤੇ ਨਾਮ ਟਿਕ ਜੇਗਾ, ਨਾਮ ਵਸ ਜੇਗਾ। ਜਦੋਂ ਅਸੀਂ ਬਾਣੀ ਨਾਲ ਪ੍ਰੇਮ ਕਰ ਲਿਆ, ਬੈਰਾਗੀ ਹੋ ਗਏ। ਬੈਰਾਗੀ ਦਾ ਅਰਥ ਪ੍ਰੇਮ ਹੋ ਜਾਣਾ। ਭਾਈ ਗੁਰਦਾਸ ਜੀ ਕਹਿੰਦੇ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਕਹਿੰਦੇ ਮਨ ਬੈਰਾਗੀ ਹੋ ਗਿਆ, ਅਤੀਤ ਹੋ ਗਿਆ, ਸਭ ਕੁਝ ਛੱਡ ਕੇ ਤੁਰ ਪਏ। ਮਾਂ ਦੇ ਕੋਲੋਂ ਗਏ, ਜਦੋਂ ਚਲੇ ਗਏ ਨਾ ਰਸਤੇ 'ਚ ਫਿਰ ਕੌਣ ਮਿਲਿਆ? ਨਾਰਦ ਰਿਸ਼ੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਰਸਤੇ 'ਚ ਨਾਰਦ ਜੀ ਮਿਲੇ ਤੇ ਨਾਰਦ ਜੀ ਨੇ ਪੁੱਛਿਆ, ਧਰੂ ਕਿੱਧਰ ਚੱਲੇ ਆ? ਮਹਾਰਾਜ ਭਗਤੀ ਕਰਨ ਚੱਲੇ ਆ, ਮੈਨੂੰ ਰਾਜ ਚਾਹੀਦਾ ਜਿਹਦੇ 'ਚ ਮੇਰਾ ਕੋਈ ਦੁਸ਼ਮਣ ਨਾ ਹੋਵੇ। ਸਾਰੇ ਮੇਰੇ ਮਿੱਤਰ ਇਹੋ ਜਿਹਾ ਰਾਜ। ਕਹਿੰਦੇ ਰਾਜ ਤਾਂ ਤੇਰੇ ਕੋਲ ਹੈਗਾ, ਤੇਰਾ ਪਿਤਾ ਰਾਜ ਹੈ। ਕਹਿਣ ਲੱਗਾ ਨਹੀਂ, ਉਹ ਰਾਜ ਨਹੀਂ ਚਾਹੀਦਾ, ਮੈਂ ਪਿਤਾ ਤੋਂ ਨਹੀਂ ਮੰਗਣਾ, ਮੈਂ ਪ੍ਰਮਾਤਮਾ ਤੋਂ ਲੈਣਾ ਹੈ। ਜਿਹੜਾ ਪਿਤਾ ਤੋਂ ਲਊਂਗਾ ਤੇ ਮੇਰੇ ਕਈ ਦੁਸ਼ਮਣ ਪੈਦਾ ਹੋ ਜਾਣਗੇ। ਮੈਨੂੰ ਉਹ ਚਾਹੀਦਾ ਜਿਹੜਾ ਮੈਨੂੰ ਪ੍ਰਮਾਤਮਾ ਦੇਵੇ ਤੇ ਮੇਰਾ ਦੁਸ਼ਮਣ ਕੋਈ ਨਾ ਹੋਵੇ, ਤੇ ਸਭ ਦਾ ਮੈਂ ਮਿੱਤਰ ਹੋਵਾਂ। ਨਾਰਦ ਜੀ ਨੇ ਕਾਫੀ ਪ੍ਰੀਖਿਆ ਲਈ ਉਹਦੀ, ਪਰ ਕਿਸੇ ਗੱਲ ਤੋਂ ਡੋਲੇ ਨਾ। ਕਿਹਾ ਗਿਆ ਜੰਗਲ ਵਿੱਚ ਜਾਏਗਾ, ਤੇਰੀ ਉਮਰ ਬਾਲ ਅਵਸਥਾ 5 ਸਾਲ ਦਾ ਤੂੰ ਹੈ, ਜੰਗਲ ਵਿੱਚ ਭਿਆਨਕ ਜਾਨਵਰ ਨੇ, ਇੱਥੇ ਖਾਣ ਨੂੰ ਕੁਝ ਨਹੀਂ ਮਿਲਣਾ, ਪਹਿਨਣ ਨੂੰ ਕੁਝ ਨਹੀਂ ਮਿਲੇਗਾ, ਤੂੰ ਰਾਜ ਪੁੱਤਰ ਹੈ। ਧਰੂ ਕਹਿਣ ਲੱਗਾ, ਨਾਰਦ ਜੀ ਜੇ ਦੇਣਾ ਤਾਂ ਕੋਈ ਚੰਗੀ ਚੀਜ਼ ਦੇਵੋ, ਕੋਈ ਚੰਗੀ ਗੁਰਮਤ ਦੇਵੋ, ਚੰਗੀ ਮਤ ਦੇਵੋ। ਜੇ ਨਹੀਂ ਦੇ ਸਕਦੇ ਤੁਸੀਂ ਚਲੇ ਜਾਓ, ਮੈਨੂੰ ਮੇਰੇ ਮਾਰਗ ਤੋਂ ਭਟਕਾਓ ਨਾ। ਫਿਰ ਉੱਥੇ ਕੀ ਹੋਇਆ? ਭਾਈ ਗੁਰਦਾਸ ਜੀ ਕਹਿੰਦੇ, ਨਾਰਦ ਮੁਨ ਉਪਦੇਸਿਆ। ਉਪਦੇਸ਼ ਦਾ ਮਤਲਬ ਉਪਦੇਸ਼ ਦੇਣਾ, ਸਿੱਖਿਆ ਦੇਣੀ। ਕਹਿੰਦੇ ਉੱਥੇ ਫਿਰ ਨਾਰਦ ਜੀ ਨੇ ਧਰੂ ਨੂੰ ਉਪਦੇਸ਼ ਦਿੱਤਾ, ਗੁਰਮੰਤਰ ਦਿੱਤਾ, ਗੁਰੂ ਬਣੇ ਧਰੂ ਦੇ।
ਆਪਾਂ ਆਮ ਲੋਕ ਹੈ ਨਾਰਦ ਜੀ ਦਾ ਮਜ਼ਾਕ ਉਡਾਉਂਦੇ ਰਹਿੰਦੇ ਆ, ਬਹੁਤ ਉਡਾਉਣੇ ਆਪਾਂ, ਪਰ ਨਾਰਦ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰੀ ਆਇਆ। ਜੇ ਉਹ ਚੁਗਲਖੋਰ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ 'ਚ ਨਾਂ ਥੋੜ੍ਹੀ ਹੋਣਾ ਚੁਗਲਖੋਰ ਦਾ। ਉਹ ਜਿੰਨੇ ਵੀ ਕਰਮ ਕਰਦਾ ਸੀ ਨਾ, ਉਹਨਾਂ 'ਚ ਕੋਈ ਨਾ ਕੋਈ ਰਾਜ ਛੁਪਿਆ ਹੁੰਦਾ ਸੀ। ਇੱਕ ਗੱਲ ਮੈਂ ਆਪ ਜੀ ਨਾਲ ਹੋਰ ਸਾਂਝੀ ਪਾਉਣਾ, ਆਪਾਂ ਸ਼ਬਦ ਪੜ੍ਹਦੇ ਗੁਰੂ ਗ੍ਰੰਥ ਸਾਹਿਬ 'ਚ ਇੱਕ, ਰਾਮ ਜਪੋ ਜੀ ਐਸੇ ਐਸੇ, ਕਿਹਦੇ ਵਾਂਗੂ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਧਰੂ ਤੇ ਪ੍ਰਹਿਲਾਦ ਵਾਂਗੂ ਜੋ ਭਗਤਾਂ ਵੇਖੋ ਕਿੱਡੇ ਕਿੱਡੇ ਹੋਏ ਨੇ। ਭਗਤ ਕਬੀਰ ਸਾਹਿਬ ਜੀ ਹੋਏ ਨੇ, ਫਰੀਦ ਜੀ ਹੋਏ ਨੇ, 15 ਭਗਤਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ 'ਚ। ਉਹਨਾਂ ਦਾ ਐਗਜ਼ਾਮਪਲ ਨਹੀਂ ਦਿੱਤਾ ਗਿਆ, ਕਿਹਦੇ ਵਾਂਗੂ ਕਿਹਾ ਗਿਆ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਹੁਣ ਧਰੂ ਤੇ ਪ੍ਰਹਿਲਾਦ ਦਾ ਗੁਰੂ ਕੌਣ ਸੀ? ਧਰੂ ਪ੍ਰਹਿਲਾਦ ਦਾ ਗੁਰੂ ਸੀ ਨਾਰਦ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪਿਆਰੋ ਐਡੇ ਉੱਚ ਕੋਟੀ ਦੇ ਜਿਹੜੇ ਭਗਤ ਹੋਣਗੇ, ਕੀ ਉਹਨਾਂ ਦਾ ਗੁਰੂ ਚੁਗਲਖੋਰ ਹੋ ਸਕਦਾ? ਚੁਗਲਖੋਰ ਗੁਰੂ ਦਾ ਇਹੋ ਜਿਹਾ ਭਗਤ ਨਹੀਂ ਹੋ ਸਕਦਾ। ਤੋ ਖੈਰ ਮੇਰਾ ਵਿਸ਼ਾ ਕੀ ਹੈ? ਭਾਈ ਗੁਰਦਾਸ ਜੀ ਕਹਿੰਦੇ ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅੰਮ੍ਰਿਉ ਰਸ ਪੀਤਾ। ਕਹਿੰਦੇ ਨਾਮਨ ਦਾ ਰਸ ਲਿਆ ਨਾਰਦ ਜੀ ਤੋਂ ਗੁਰਮੰਤਰ ਲੈ ਕੇ। ਤੇ ਧਰੂ ਜੀ ਨੇ ਫਿਰ ਜੰਗਲ ਵਿੱਚ ਬੈਠ ਕੇ ਭਗਤੀ ਕਰਨ। ਜਦੋਂ ਪਹੁੰਚ ਗਏ ਤੇ ਫਿਰ ਨਾਰਦ ਨੇ ਇੱਕ ਹੋਰ ਪ੍ਰੀਖਿਆ ਲਈ ਧਰੂ ਜੀ, ਕੀ? ਜਾ ਕੇ ਰਾਜੇ ਨੂੰ ਦੱਸ ਦਿੱਤਾ ਕਿ ਤੇਰਾ ਪੁੱਤਰ ਜੰਗਲਾਂ ਵਿੱਚ ਇਕੱਲਾ ਭਗਤੀ ਕਰਨ ਗਿਆ। ਹੁਣ ਕਈ ਲੋਕ ਕਹਿੰਦੇ ਸ਼ਾਇਦ ਚੁਗਲੀ ਕੀਤੀ, ਪਰ ਚੁਗਲੀ ਨਹੀਂ ਸੀ, ਪਰ ਪ੍ਰੀਖਿਆ ਸੀ ਧਰੂ ਜੀ ਦੀ। ਕਿ ਜਦੋਂ ਆਪਾਂ ਨੂੰ ਸੁਭਾਵਕ ਹੈ, ਜੇ ਘਰੋਂ ਪੁੱਤਰ ਰੁੱਸ ਕੇ ਕਿਤੇ ਬਸ ਚਲਾ ਜਾਵੇ, ਜੇ ਮਾਤਾ ਪਿਤਾ ਆਪ ਲੈਣ ਜਾਣ ਤੇ ਭੱਜ ਕੇ ਵਾਪਸ ਆ ਜਾਂਦੇ ਨੇ ਕਿ ਮਾਤਾ ਪਿਤਾ ਆ ਗਏ ਤੇ ਮੈਨੂੰ ਦੇਣ ਲੱਗੇ ਕੁਝ। ਤੇ ਧਰੂ ਜੀ ਨੂੰ ਜਦੋਂ ਸੱਦਿਆ, ਪਤਾ ਲੱਗਾ ਤੇ ਰਾਜਾ ਫਿਰ ਚਲਾ ਗਿਆ ਮਗਰ। ਪਿੱਛੋਂ ਰਾਜੇ ਸੱਦਿਆ ਦਾ ਭਾਵ ਸੁਨੇਹਾ ਭੇਜਿਆ, ਆਪ ਗਏ। ਜਾ ਕੇ ਇਹ ਕਿਹਾ, ਧਰੂ ਤੂੰ ਰਾਜ ਵਾਸਤੇ ਭਗਤੀ ਕਰਦਾ, ਚੱਲ ਅੱਧਾ ਰਾਜ ਅੱਜ ਹੀ ਲੈ ਜਾਂ ਰਾਜ ਗੱਦੀ ਤੇ ਬਹਿ ਜਾ। ਭਾਈ ਗੁਰਦਾਸ ਜੀ ਕਹਿੰਦੇ ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ। ਪਿਤਾ ਕਹਿਣ ਲੱਗਾ ਚੱਲ ਰਾਜ ਵਿੱਚ ਬੈਠ ਜਾ, ਸਦਾ ਲਈ ਤੇਰਾ ਰਾਜ ਹੋ ਜਾਏਗਾ, ਤੈਨੂੰ ਰਾਜ ਦੇ ਦੇਣਾ। ਧਰੂ ਜੀ ਕਹਿਣ ਲੱਗੇ ਨਹੀਂ ਪਿਤਾ ਜੀ ਧੰਨਵਾਦ, ਪਰ ਮੈਂ ਹੁਣ ਉਸ ਪ੍ਰਮਾਤਮਾ ਦੀ ਅਰਾਧਨਾ ਕਰਨੀ ਹੈ, ਭਗਤੀ ਕਰਨੀ ਹੈ। ਉਹਦੀ ਭਗਤੀ ਕਰਕੇ ਮੈਂ ਰਾਜ ਲੈਣਾ ਹੈ, ਜਿਹਦੇ 'ਚ ਮੇਰਾ ਕੋਈ ਦੁਸ਼ਮਣ ਨਾ ਹੋਵੇ, ਮੇਰਾ ਕੋਈ ਵੈਰੀ ਨਾ ਹੋਵੇ, ਮੇਰਾ ਕੋਈ ਵਿਰੋਧੀ ਨਾ ਹੋਵੇ, ਮੇਰੇ ਲਈ ਕੋਈ ਬਦਦੁਆ ਨਾ ਮੰਗਦਾ ਹੋਵੇ। ਮੈਨੂੰ ਤਾਂ ਰਾਜ ਚਾਹੀਦਾ ਜਿਹਦੇ 'ਚ ਮੈਂ ਸਭ ਨੂੰ ਪਿਆਰਾ ਲੱਗਾ ਤੇ ਸਾਰੇ ਮੈਨੂੰ ਪਿਆਰ ਕਰਨ, ਤੇ ਮੈਂ ਸਭ ਨੂੰ ਪਿਆਰ ਕਰਾਂ, ਸਾਰੇ ਮੇਰੇ ਮਿੱਤਰ ਹੋਣ। ਭਾਈ ਗੁਰਦਾਸ ਜੀ ਕਹਿੰਦੇ ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ। ਭਾਈ ਗੁਰਦਾਸ ਜੀ ਨੇ ਗੁਰਮੁਖ ਦੀ ਉਪਾਧੀ ਦੇਤੀ ਧਰੂ ਜੀ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਹਾਰ ਚੱਲੇ, ਸਭ ਹਾਰ ਗਏ ਤੇ ਜਿੱਤੇ ਕੌਣ? ਗੁਰਮੁਖ ਰੱਬ ਦੇ ਪਿਆਰੇ, ਜਿਨ੍ਹਾਂ ਨੇ ਪ੍ਰਮਾਤਮਾ ਤੇ ਦ੍ਰਿੜ ਭਰੋਸਾ ਕਰ ਲਿਆ, ਵਿਸ਼ਵਾਸ ਕਰ ਲਿਆ। ਫਿਰ ਪਿਆਰਿਓ ਇਤਿਹਾਸ ਦੱਸਦਾ ਜੇ ਧਰੂ ਨੇ ਭਗਤੀ ਕੀਤੀ ਨਾ, ਅੱਤ ਤੋਂ ਜ਼ਿਆਦਾ ਕਠਿਨ ਭਗਤੀ ਕੀਤੀ। ਕਰਦੇ ਕਰਦੇ ਭਗਤੀ ਇੱਥੇ ਤੱਕ ਪਹੁੰਚ ਗਈ ਕਿ ਪ੍ਰਮਾਤਮਾ ਆਪ ਪ੍ਰਗਟ ਹੋ ਗਏ। ਆਪ ਜਦੋਂ ਪ੍ਰਗਟ ਹੋਏ ਨਾ, ਪ੍ਰਮਾਤਮਾ ਨੇ ਪ੍ਰਗਟ ਹੋ ਕੇ ਕਿਹਾ ਧਰੂ ਜੀ ਨੂੰ ਗਲ ਨਾ ਲਾਇਆ, ਪਿਆਰ ਦਿੱਤਾ। ਕਿਹਾ ਧਰੂ ਮੰਗ। ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ। ਜਿੱਦਣ ਮੈਂ ਭਗਤੀ ਸ਼ੁਰੂ ਕੀਤੀ ਸੀ, ਉਸ ਦਿਨ ਮੇਰੇ ਮਨ ਵਿੱਚ ਰਾਜ ਦੀ ਤਮੰਨਾ ਸੀ ਕਿ ਇਹੋ ਜਿਹਾ ਰਾਜ ਤਾਂ, ਪਰ ਮੈਨੂੰ ਰਾਜ ਨਹੀਂ ਚਾਹੀਦਾ। ਬਸ ਹੁਣ ਤਾਂ ਮੈਂ ਤੇਰੇ ਦਰਵਾਜ਼ੇ ਤੇ ਬੈਠਣਾ ਚਾਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਦਾ ਤੇਰੇ ਦਰਵਾਜ਼ੇ ਤੇ, ਮੈਨੂੰ ਤੇਰਾ ਦਰਵਾਜ਼ਾ ਚਾਹੀਦਾ, ਮੈਂ ਤੇਰੇ ਸਾਹਮਣੇ ਬੈਠਾ ਹੋਵਾਂ। ਪਰਮਾਤਮਾ ਕਹਿਣ ਲੱਗਾ ਠੀਕ ਹੈ, ਉਹ ਵੀ ਮੈਨੂੰ ਪ੍ਰਵਾਨ ਹੈ, ਪਰ ਤੂੰ ਰਾਜ ਨੂੰ ਮੁੱਖ ਰੱਖ ਕੇ ਭਗਤੀ ਆਰੰਭ ਕੀਤੀ। ਪਹਿਲਾਂ ਧਰਮ ਦਾ ਰਾਜ ਕਰ, ਜਿੱਦਣ ਤੂੰ ਸਰੀਰ ਕਰਕੇ ਦੁਨੀਆ ਚੋਂ ਆਏਗਾ, ਉਦੋਂ ਤੂੰ ਮੇਰੇ ਦਰਵਾਜ਼ੇ ਤੇ ਆ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਟਲ ਭਇਓ ਧਰੂ ਜਾਂ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਪਦ ਮੈਨੇ ਪਦਵੀ। ਉਹ ਕਿਹੜੀ ਪਦਵੀ? ਗੁਰੂ ਦੇ ਸਨਮੁਖ, ਪ੍ਰਮਾਤਮਾ ਦੇ ਸਨਮੁਖ। ਭਾਈ ਬਾਲਾ ਜੀ ਵੇਲੇ ਵੀ ਨੇ ਜਨਮ ਸਾਖੀ ਪੜ੍ਹੀ ਹੋਣੀ, ਜਿਨ੍ਹਾਂ ਨੇ ਪੜ੍ਹੀ ਉਹਨਾਂ ਪਤਾ ਹੋਊ। ਜਦੋਂ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਕੋਲੋਂ ਹੁੰਦੇ ਹੋਏ ਸਮੇਰ ਪਰਬਤ ਤੋਂ, ਦੱਤਾਤਰੇ ਗੋਰਖਨਾਥ ਅਰਗਿਆਂ ਤੋਂ ਹੁੰਦੇ ਹੋਏ ਜਦੋਂ ਸੱਚਖੰਡ ਗਏ ਨਾ, ਉੱਥੇ ਸੱਚਖੰਡ ਦੇ ਸਾਹਮਣੇ ਧਰੂ ਨੂੰ ਮਿਲੇ। ਧਰੂ ਤੋਂ ਅੱਗੇ ਕਿਸੇ ਦਾ ਆਸਣ ਨਹੀਂ, ਸਭ ਤੋਂ ਪਹਿਲਾਂ ਨੇ ਸਾਹਮਣੇ ਸੱਚਖੰਡ ਦੇ ਧਰੂ ਜੀ ਦਾ ਆਸਣ ਹੈ। ਭਾਵ ਅਟਲ ਪਦਵੀ ਪ੍ਰਾਪਤ ਹੋਈ ਹੈ ਸੱਚਖੰਡ ਦੇ ਸਾਹਮਣੇ। ਸੱਚਖੰਡ ਜਿੱਥੇ ਉਹ ਨਿਰਗੁਣ ਪ੍ਰਮਾਤਮਾ ਸਾਖਸ਼ਾਤ ਰੂਪ 'ਚ ਬੈਠਾ ਹੈ। ਆਪਾਂ ਪੜ੍ਹਦੇ ਨਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ।
ਉਹ ਪ੍ਰਮਾਤਮਾ ਨੇ ਗੁਰੂ ਨਾਨਕ ਦਾ ਰੂਪ ਬਣਾ ਕੇ ਆਪ ਸੰਸਾਰ ਵਿੱਚ ਆਏ ਤੇ ਸੰਸਾਰ ਦਾ ਪਾਰ ਉਤਾਰਾ ਕੀਤਾ। ਪਿਆਰਿਓ, ਉਸੇ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਪਾਂ ਜੁੜ ਮਿਲ ਬੈਠੇ ਹਾਂ। ਜਿੱਥੋਂ ਧਰੂ ਨੂੰ ਸਭ ਕੁਝ ਪ੍ਰਾਪਤ ਹੋਇਆ ਹੈ ਨਾ, ਉਹੀ ਪ੍ਰਮਾਤਮਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ 10 ਗੁਰੂ ਸਾਹਿਬਾਨ ਨੇ ਪ੍ਰਾਪਤ ਕਰਨ ਵਾਲੇ ਅੱਜ ਵੀ ਕਰ ਰਹੇ ਨੇ, ਕਰਨ ਵਾਲੇ ਪਰ ਥੋੜੇ ਨੇ। ਸਤਿਗੁਰੂ ਕਹਿੰਦੇ ਹੈਨ ਵਿਰਲੇ ਨਾਹੀ ਘਣੇ। ਸਤਿਗੁਰੂ ਕਹਿੰਦੇ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਹ ਚੀਤ। ਸਤਿਗੁਰੂ ਨੇ ਕਰੋੜਾਂ ਚੋਂ ਕੋਈ ਵਿਰਲਾ ਹੈ ਜਿਹਦੇ ਚਿੱਤ ਵਿੱਚ ਧਰੂ ਵਾਂਗੂ ਨਾਰਾਇਣ ਪਰਮਾਤਮਾ ਬੈਠਾ ਹੈ, ਜਿਹਦੇ ਵਸ ਗਿਆ। ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰਨੀ, ਅਸੀਂ ਤੇਰੇ ਸਿੱਖ ਹਾਂ, ਜਿਵੇਂ ਵੀ ਬਣਦੇ ਹਾਂ ਸਦਾ ਆਪਣੇ ਨਾਲ ਬਣਾ ਕੇ ਚਰਨਾਂ ਨਾਲ ਜੁੜ ਕੇ ਸਾਨੂੰ ਰੱਖ ਦੇ, ਸਦਾ ਰੱਖੀ। ਕਿਉਂਕਿ ਸਾਡੀ ਮੱਤ ਥੋੜੀ ਹੈ, ਅਸੀਂ ਅਲਪੱਗ ਹਾਂ, ਭੁੱਲਣਹਾਰ ਹਾਂ। ਤੂੰ ਸਮਰੱਥ ਹੈ, ਸਾਡੇ ਗੁਣ ਅਵਗੁਣ ਨਾ ਚਤਾਰਨੀ। ਕਿਉਂਕਿ ਲਿਖ ਹੈ ਕਤ ਹੈ ਨਾ ਛੂਟੀ ਹੈ, ਖਿੰਨ ਖਿੰਨ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜਦੋਂ ਅਸੀਂ ਰੋਜ਼ ਇਹ ਅਰਦਾਸ ਕਰਾਂਗੇ ਨਾ ਕਿ ਪਾਤਸ਼ਾਹ ਲੇਖੇ ਵਿੱਚ ਨਾ ਲਿਆਈ। ਜੇ ਸਾਡਾ ਲੇਖਾ ਹੋਣ ਲੱਗ ਗਿਆ ਨਾ, ਗੁਰਦੁਆਰਾ ਸਾਹਿਬ ਤਾਂ ਅਸੀਂ 10 ਮਿੰਟ 15 ਮਿੰਟ ਜਾਂਦੇ ਹੋਵਾਂਗੇ, 2 ਘੰਟੇ ਬੈਠੇ ਆਵਾਂਗੇ, 24 ਘੰਟੇ 'ਚੋਂ ਬਾਕੀ ਘੰਟੇ ਤਾਂ ਅਸੀਂ ਭੁੱਲਾਂ ਹੀ ਕਰਦੇ ਹਾਂ ਨਾ। 2 ਘੰਟੇ ਬੈਠ ਕੇ ਬਾਣੀ ਵੱਧ ਤੋਂ ਵੱਧ ਪੜ੍ਹ ਲਾਂਗੇ। ਹੋ ਸਕਦਾ ਮਹੀਨੇ 'ਚ 2 ਦਿਨ ਅਸੀਂ ਕਥਾ ਕੀਰਤਨ ਗੁਰਬਾਣੀ ਗੁਰਦੁਆਰਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਾ ਵੜੀਏ, ਕਿਸੇ ਗੁਰੂ ਘਰ ਜਾ ਵੜਾਂਗੇ 2 ਦਿਨ, ਪਰ ਬਾਕੀ ਮਹੀਨਾ ਅਸੀਂ ਭੁੱਲਾਂ ਹੀ ਕਰਦੇ ਹੋਵਾਂਗੇ। ਜੇ ਲੇਖੇ ਕਰਨ ਲੱਗ ਗਏ ਫਿਰ ਅਵਗੁਣ ਦੇਖੇ ਤਾਂ ਫਿਰ ਵਿਆਹ ਕੀਤੇ ਗਨੂ ਅਸੰਖ ਅਵਗੁਣ ਮੇਰਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ। ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਭੁੱਲਣਹਾਰ ਹਾਂ, ਸਾਡੀ ਅਲਬੱਗ ਮੱਤ ਹੈ, ਕਿਰਪਾ ਕਰਨੀ। ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਅਸੀਂ ਤੇਰੇ ਬੱਚੇ ਹਾਂ, ਸਾਨੂੰ ਮਤ ਦੇ ਕੇ ਸਮਝਾਉਣਾ ਕਰਕੇ ਸਾਡੇ ਤੇ ਇਹ ਬਖਸ਼ਿਸ਼ ਕਰ ਜਿਹੜੀ ਤੂੰ ਅਸੀਸ ਦਿੰਦਾ ਹੈ ਨਾ, ਜੋ ਗੁਰਬਾਣੀ ਰਾਈ ਦਿੱਤੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਪਿਆਰਿਓ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪ੍ਰਮਾਤਮਾ ਗੁਰੂ ਤਾਂ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮਾਤਾ ਪਿਤਾ ਵੀ ਬਣਾ ਕੇ ਰੱਖੀਏ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਰੋਜ਼ ਅਸੀਸ ਦੇਣਗੇ। ਕਿਹੜੀ? ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਤੋਂ ਵੀ ਸਤਿਗੁਰੂ ਅੱਗੇ ਅਰਦਾਸ ਕਰੀ, ਸੱਚੇ ਪਾਤਸ਼ਾਹ ਰਹਿਮਤ ਕਰਨੀ। ਇਸ ਬੱਚੇ ਹਰਨਸਤਾਰ ਸਿੰਘ ਜੀ ਨੂੰ ਸਦਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਸਦਾ ਗੁਰਸਿੱਖੀ ਜੀਵਨ ਲੰਮੀਆਂ ਉਮਰਾਂ ਦੇ ਕੇ ਆਪਣੇ ਚਰਨਾਂ ਨਾਲ ਸਦੀਵੀ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਗੁਰਸਿੱਖੀ ਨਾਲ ਜੋੜ ਕੇ ਪਰਿਵਾਰ ਨੂੰ ਤੇ ਨਾਲ ਸਾਨੂੰ ਸਾਰੀ ਸੰਗਤ ਨੂੰ ਅੰਮ੍ਰਿਤ ਵੇਲੇ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ, ਝੋਲੀ ਵਿੱਚ ਪਾ ਦੇਣ। ਫਿਰ ਪਿਆਰੇ, ਜਦੋਂ ਅਸੀਂ ਇਹਨਾਂ ਮਾਰਗਾਂ ਤੇ ਚੱਲਾਂਗੇ ਨਾ, ਸਾਡਾ ਜੀਵਨ ਸਫਲ ਹੋ ਜਾਵੇ। ਜੀਵਨ ਸਫਲ ਉਦੋਂ ਹੁੰਦਾ ਹੈ ਜਦੋਂ ਅਸੀਂ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਕਿਨਕਾ ਮਾਤਰ ਵੀ ਹਿਰਦੇ 'ਚ ਵਸਾ ਲਈਏ ਨਾ, ਕਿਨਕਾ ਮਾਤਰ ਵੀ, ਤਾਂ ਵੀ ਸਾਡੇ ਬੇੜੇ ਪਾਰ ਨੇ। ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਜੇ ਕਿਨਕਾ ਮਾਤਰ ਵੀ ਸਾਡੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵਸ ਗਿਆ ਤੇ ਫਿਰ ਪਿਆਰਿਓ ਮਹਿਮਾ ਗਿਣੀ ਨਹੀਂ ਜਾਂਦੀ ਜਿਹਦੇ ਹਿਰਦੇ 'ਚ ਵਸ ਜਾਵੇ। ਕਿਉਂਕਿ ਸਤਿਗੁਰੂ ਕਹਿੰਦੇ ਨਾਮ ਤੁਲ ਕਛ ਅਵਰ ਨਾ ਹੋਏ। ਪਰ ਅਗਲੀ ਤੁਕ ਅੰਦਰ ਕੀ ਕਹਿੰਦੇ? ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ। ਉਹ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਨਾਮ ਦੀ ਪ੍ਰਾਪਤੀ ਕਰਦਾ। ਸਤਿਗੁਰੂ ਕਹਿੰਦੇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ, ਕੋਈ ਵਿਰਲਾ ਹੋਊਗਾ। ਤੇ ਜੇ ਰੋਜ਼ ਅਰਦਾਸ ਨਾਲ ਜੁੜੇ ਰਹੇ ਨਾ, ਮੈਂ ਅੱਗੇ ਬੇਨਤੀ ਕੀਤੀ, ਕਈ ਵਾਰ ਕਹਿੰਦੇ ਸਾਡਾ ਮਨ ਨਹੀਂ ਲੱਗਦਾ। ਪਿਆਰਿਓ, ਮਨ ਲੱਗੂਗਾ, ਰੋਜ਼ ਲੱਗੇ ਹੀ ਰਹੋ, ਰਟੀ ਜਾਓ, ਕਰੀ ਚੱਲੋ। ਰੋਜ਼ ਰੋਜ਼ ਕਰਦਿਆਂ ਕਰਦਿਆਂ ਰੋਜ਼ ਕਰਦਿਆਂ ਸਮਾਂ ਆ ਜਾਵੇਗਾ, ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰ ਦੇਣਗੇ, ਸਾਡਾ ਮਨ ਜੁੜ ਜਾਊ। ਜਿਵੇਂ ਸਤਿਗੁਰੂ ਬਾਣੀ ਅੰਦਰ ਕਹਿੰਦੇ ਨੇ, ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੈ ਪੁਕਾਰ। ਕਹਿੰਦੇ ਰਾਤ ਦਿਨ ਤੂੰ ਅਰਦਾਸ ਕਰੀ ਚੱਲ, ਸਿਮਰਨ ਕਰੀ ਚੱਲ, ਕਰਦਿਆਂ ਕਰਦਿਆਂ ਇੱਕ ਦਿਨ ਤੇਰੀ ਪੁਕਾਰ ਸੁਣੀ ਜਾਊਗੀ। ਵੀ ਮੇਰਾ ਮਨ ਗੁਰਬਾਣੀ 'ਚ ਲੱਗ ਜਾਵੇ, ਗੁਰਸਿੱਖੀ 'ਚ ਲੱਗ ਜਾਵੇ, ਗੁਰੂ ਗ੍ਰੰਥ ਸਾਹਿਬ ਚਰਨਾਂ ਨਾਲ ਲੱਗ ਜਾਵੇ। ਤੇ ਜਦੋਂ ਲੱਗ ਗਿਆ ਫਿਰ ਸਤਿਗੁਰੂ ਨੇ ਆਪ ਅਸੀਸ ਦੇ ਦੇਣੀ ਹੈ। ਤੇ ਜਦੋਂ ਅਸੀਸ ਮਿਲ ਗਈ ਫਿਰ ਸਾਡੇ ਝੋਲੀਆਂ ਭਰ ਜਾਣੀਆਂ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕੀਰਤਨ ਕਰਦਿਆਂ, ਗੁਰਬਾਣੀ ਪੜ੍ਹਦਿਆਂ, ਗੁਰ ਇਤਿਹਾਸ ਵਿਚਾਰਾਂ ਕਰਦਿਆਂ, ਇੱਕ ਤੋਂ ਲੈ ਕੇ ਅਨੇਕ ਪ੍ਰਕਾਰ ਦੀਆਂ ਸਾਡੇ ਤੋਂ ਭੁੱਲਾਂ ਹੋਈਆਂ ਹੋਣਗੀਆਂ। ਕਿਉਂਕਿ ਅਸੀਂ ਭੁੱਲਣਹਾਰ ਹਾਂ, ਅਸੀਂ ਕੋਈ ਵਿਦਵਾਨ ਨਹੀਂ, ਗਿਆਨੀ ਨਹੀਂ, ਸੰਤ ਨਹੀਂ, ਅਸੀਂ ਤਾਂ ਸਿਰਫ ਗੁਰੂ ਘਰ ਦੇ ਵਿਦਿਆਰਥੀ ਹਾਂ, ਗੁਰੂ ਘਰ ਦੇ ਸਟੂਡੈਂਟ ਹਾਂ। ਜੋ ਸਾਨੂੰ ਗੁਰੂ ਘਰੋਂ ਸੰਗਤ ਵਿੱਚੋਂ ਗੁਰਬਾਣੀ ਸਿੱਖਿਆ ਇਤਿਹਾਸ ਦੀ ਸੰਥਿਆ ਮਿਲੀ ਹੈ ਨਾ, ਉਹ ਆਪ ਸੰਗਤ ਨੂੰ ਸੰਥਿਆ ਸੁਣਾਈ ਹੈ। ਇਹ ਸੰਥਿਆ ਸੁਣਾਉਂਦਿਆਂ
ਸਟੂਡੈਂਟ ਵਿਦਿਆਰਥੀ ਤੋਂ ਹੀ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹੋਣਗੀਆਂ। ਇਸੇ ਤਰ੍ਹਾਂ ਸੰਗਤ ਗੁਰੂ ਦੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਣਯੋਗ ਨੇ, ਸਾਡੀਆਂ ਭੁੱਲਾਂ ਮਾਫ ਕਰ ਦੇਣੀਆਂ। ਜੇ ਕਿਸੇ ਸੰਗਤ ਵਿੱਚ ਕਿਸੇ ਗੁਰਮੁਖ ਪਿਆਰੇ ਚੰਗੇ ਗੁਣ ਹੋਣ ਤੇ ਉਹ ਸਾਡੀ ਝੋਲੀ 'ਚ ਪਾ ਦੇਣ। ਸਾਡੀ ਝੋਲੀ ਅੱਡੀ ਹੈ। ਜੇ ਕਿਸੇ ਕੋਲੇ ਸ਼ੁਭ ਵਿਚਾਰ ਹੋਣਗੇ ਅਸੀਂ ਉਹ ਵੀ ਪ੍ਰਵਾਨ ਕਰਾਂਗੇ। ਜੇ ਇਸ ਸਾਡੀ ਭੁੱਲ ਮਾਫੀ ਦੇ ਕੇ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਸਾਨੂੰ ਗੁਰਸਿੱਖੀ ਜੀਵਨ ਵਿੱਚ ਰਹਿੰਦਿਆਂ, ਕਥਾ ਕੀਰਤਨ ਕਰਦਿਆਂ, ਗੁਰਬਾਣੀ ਪੜ੍ਹਦਿਆਂ ਸਾਨੂੰ ਚੰਗੀ ਮੱਤ ਆ ਜਾਵੇ। ਅਸੀਂ ਚੰਗੀ ਸਿੱਖਿਆ ਲੈ ਕੇ ਹੋਰ ਵੀ ਅਸੀਂ ਚੰਗੇ ਗੁਣ ਆਪ ਜੀ ਦੇ ਗਾ ਸਕੀਏ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਹੁਣ ਆਪ ਜੀ ਸਾਰੀ ਸੰਗਤ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਆਈਏ। ਉਸ ਤੋਂ ਉਪਰੰਤ ਸਤਿਗੁਰੂ ਦਾ ਹੁਕਮਨਾਮਾ ਸਰਵਣ ਕਰਾਂਗੇ। ਉਸ ਤੋਂ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਉਸ ਤੋਂ ਉਪਰੰਤ ਪਰਿਵਾਰ ਵੱਲੋਂ ਜੋ ਆਪ ਜੀ ਨੇ ਚਾਹ ਲੰਗਰ ਪਾਣੀ ਛਕੇ ਆਇਆ, ਜੇ ਕੋਈ ਰਹਿ ਗਿਆ ਗੁਰਮੁਖ ਪਿਆਰਾ ਉਹ ਚਾਹ ਲੰਗਰ ਪਾਣੀ ਛਕ ਕੇ ਜਾਣਾ। ਸਾਰੀ ਸੰਗਤ ਨੂੰ ਗੁਰੂ ਦਰਬਾਰ ਵੱਲੋਂ, ਗੁਰੂ ਗ੍ਰੰਥ ਸਾਹਿਬ ਜੀ ਵੱਲੋਂ, ਪਰਿਵਾਰ ਵੱਲੋਂ, ਫਿਰ ਸਾਰੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਨਗਰ ਨਿਵਾਸੀਆਂ ਨੂੰ ਜੀਓ ਆਇਆਂ। ਅਵਸਾਰ ਕੇ ਸਾਰੇ ਰਲ ਮਿਲ ਕੇ ਸ੍ਰੀ ਅਨੰਦ ਸਾਹਿਬ ਦਾ ਪਾਠ ਕਰਕੇ ਉਸ ਤੋਂ ਅਰਦਾਸ ਨਾਲ ਜੁੜੀਏ।